हाँ जी हेलो स्टूडेंट्स, ਅੱਜ ਆਪਾਂ ਆ ਗਏ ਜੀ ਇੱਕ ਮੈਮਰੀ ਮੈਪ ਲੈ ਕੇ। ਚੈਪਟਰ ਨੰਬਰ 1 ਹੈਗਾ ਜੀ ਤੁਹਾਡੇ ਕੋਲ। ਚੈਪਟਰ ਨੰਬਰ 1 ਹੈ ਔਰ ਜਿਹੜੀ ਤੁਹਾਡੀ 8th ਸਾਇੰਸ ਹੈ ਜੀ ਇਹ। ਠੀਕ ਹੈ ਜੀ। ਮੈਮਰੀ ਮੈਪ ਦਾ ਪਰਪਸ ਕੀ ਹੈ? ਪਰਪਸ ਇਹ ਹੈ ਤੁਹਾਡੇ ਕੋਲ ਬਾਈ 5-7 ਮਿੰਟ ਦੇ ਵਿੱਚ ਤੁਹਾਨੂੰ ਪੂਰਾ ਚੈਪਟਰ ਰਿਵਾਈਜ਼ ਕਰਵਾ ਦਿੱਤਾ ਜਾਵੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਦਾਂ ਮੈਮਰੀ ਮੈਪਸ ਅਗਰ ਤੁਸੀਂ ਬਣਾ ਲੈਂਦੇ ਹੋ ਤੁਹਾਡੇ ਕੋਲ, ਮੈਂ ਤੁਹਾਨੂੰ ਹਰ ਚੈਪਟਰ ਦਾ ਬਣਾ ਦੂੰਗਾ, ਤਾਂ ਸਿਰਫ ਤੁਸੀਂ 3-4 ਘੰਟੇ ਦੇ ਵਿੱਚ ਪੂਰੇ ਸਾਇੰਸ ਦੇ ਪੇਪਰ ਦੀ ਰਿਵੀਜ਼ਨ ਕਰ ਲਓਗੇ ਔਰ ਤੁਹਾਡੇ ਫੁੱਲ ਮਾਰਕਸ ਆਣਗੇ ਤੁਹਾਡੇ ਕੋਲ। ਠੀਕ ਹੈ ਜੀ। ਸੋ ਸਾਡਾ ਜਿਹੜਾ ਪਹਿਲਾ ਚੈਪਟਰ ਹੈ ਉਹਦਾ ਨਾਮ ਹੈਗਾ ਫਸਲ ਉਤਪਾਦਨ ਅਤੇ ਪ੍ਰਬੰਧਨ। ਠੀਕ ਹੈ ਜੀ। ਫਸਲ ਉਤਪਾਦਨ ਅਤੇ ਪ੍ਰਬੰਧਨ। ਉਤਪਾਦਨ ਦਾ ਮਤਲਬ ਹੁੰਦਾ ਪੈਦਾ ਕਰਨਾ। ਠੀਕ ਹੈ। ਪ੍ਰਬੰਧਨ ਦਾ ਮਤਲਬ ਹੈ ਜਿਹੜਾ ਤੁਹਾਡੇ ਕੋਲ ਕਿ ਉਹਦੀ ਜਿਹੜੀ ਸਾਰੀ ਸਾਂਭ ਸੰਭਾਲ ਤੁਹਾਡੇ ਪਾਸ ਜਿਹੜਾ ਹੈ। ਵੰਡ ਪ੍ਰਣਾਲੀ ਦਾ ਮਤਲਬ ਹੁੰਦਾ ਡਿਸਟ੍ਰੀਬਿਊਸ਼ਨ। ਠੀਕ ਹੈ। ਤੋ ਜਿੰਨੀ ਪਹਿਲੇ ਨੰਬਰ ਤੇ ਤਾਂ ਉਹੀ ਆ ਗਿਆ ਤੁਹਾਡੇ ਕੋਲ ਬਈ ਇਹਦੀ ਆਪਾਂ ਉਤਪਾਦਨ ਤੇ ਪ੍ਰਬੰਧਨ ਕਿਉਂ ਕਰਦੇ ਆ। ਜਿੱਡੀ ਵੱਡੀ ਸਾਡੀ ਜਨਸੰਖਿਆ ਹੈਗੀ ਹੈ ਭਾਰਤ ਵਿੱਚ, ਉਹਦੇ ਭੋਜਨ ਨੂੰ ਉਪਲਬਧ ਕਰਵਾਉਣ ਲਈ ਤਿੰਨੋਂ ਚੀਜ਼ਾਂ ਸਾਨੂੰ ਚਾਹੀਦੀਆਂ ਨੇ। ਉਤਪਾਦ ਕਰੂਗਾ ਕਿਸਾਨ। ਠੀਕ ਹੈ ਜੀ। ਉਸ ਤੋਂ ਬਾਅਦ ਉਹਦਾ ਪ੍ਰਬੰਧਨ ਮੈਨੇ ਉਹਨੂੰ ਆਪਾਂ ਸਟੋਰ ਕਿਵੇਂ ਕਰਨਾ ਹੈ। ਡਿਸਟ੍ਰੀਬਿਊਸ਼ਨ ਮੈਨੇ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੁੰਦਾ ਕਿ ਲੋਕਾਂ ਤੱਕ ਉਹਦੀ ਕਿਵੇਂ ਪਹੁੰਚ ਹੋਵੇ। ਸੋ ਪਹਿਲਾ ਸਵਾਲ ਤੁਹਾਡਾ ਇੱਥੇ ਹੀ ਬਣਦਾ ਕਿ ਐਡੀ ਵੱਡੀ ਜਨਸੰਖਿਆ ਨੂੰ ਭੋਜਨ ਉਪਲਬਧ ਕਰਾਉਣ ਲਈ ਸਾਨੂੰ ਕੀ ਚਾਹੀਦਾ। ਤਾਂ ਤਿੰਨੇ ਚੀਜ਼ਾਂ ਚਾਹੀਦੀਆਂ ਜੀ, ਉਤਪਾਦਨ, ਪ੍ਰਬੰਧਨ ਅਤੇ ਵੰਡ ਪ੍ਰਣਾਲੀ। ਉਸ ਤੋਂ ਬਾਅਦ ਪੌਦੇ ਸਵੈਪੋਸ਼ੀ ਹੁੰਦੇ। ਸਵੈਪੋਸ਼ੀ ਦਾ ਮਤਲਬ ਕੀ ਹੁੰਦਾ ਜੀ? ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਹਨ। ਠੀਕ ਹੈ ਜੀ। ਪ੍ਰਕਾਸ਼ ਸੰਸਲੇਸ਼ਣ ਕਿਰਿਆ ਨਾਲ ਬਣਾਉਂਦੇ ਹਨ ਤੁਹਾਡੇ ਕੋਲ। ਠੀਕ ਹੈ ਜੀ। ਇਹ ਬੰਦੇ ਨੂੰ, ਹਰ ਬੰਦੇ ਨੂੰ ਆਮ ਚੀਜ਼ ਹੈ ਜਿਹੜੀ ਪਤਾ ਹੈਗੀ। ਠੀਕ ਹੈ। ਸੋ ਪਹਿਲਾ ਕੁਐਸਚਨ ਤੁਹਾਡਾ ਕੀ ਹੋ ਗਿਆ ਕਿ ਅਸੀਂ ਜਿਹੜੀ ਫਸਲ ਉਤਪਾਦਨ ਦੀਆਂ ਪद्धਤੀਆਂ ਨੇ, ਆਪਾਂ ਨੂੰ ਪ੍ਰੋਸੈਸ ਕਿਉਂ ਚਾਹੀਦਾ ਹੈ? ਉਤਪਾਦਨ, ਪ੍ਰਬੰਧਨ, ਵੰਡ ਪ੍ਰਣਾਲੀ, ਜਨਸੰਖਿਆ ਦੀ ਭੋਜਨ ਦੀ ਉਪਲਬਧਤਾ ਪੂਰੀ ਕਰਨ ਲਈ। ਫਿਰ ਪੌਦੇ ਸਵੈਪੋਸ਼ੀ, ਆਪਣਾ ਭੋਜਨ ਆਪ ਬਣਾਉਣਾ। ਪ੍ਰਕਾਸ਼ ਸੰਸਲੇਸ਼ਣ ਜਿਹੜੀ ਕਿਰਿਆ ਹੈਗੀ ਹੈ ਤੁਹਾਡੇ ਕੋਲ, ਪੌਦੇ ਆਪਣਾ ਭੋਜਨ ਆਪ ਬਣਾਉਂਦੇ ਨੇ। ਹੋ ਗਿਆ ਜੀ। ਅੱਛਾ, ਫਸਲ ਕੀ ਹੁੰਦਾ? ਇੱਕੋ ਪ੍ਰਜਾਤੀ ਦੇ ਪੌਦਿਆਂ ਨੂੰ ਲਾਣਾ, ਇੱਕੋ ਤਰ੍ਹਾਂ ਦੇ। ਹੁਣ ਜੇ ਮੈਂ ਕਹਾਂ ਕਣਕ ਦੀ ਫਸਲ ਹੈ ਤਾਂ ਪੂਰਾ ਖੇਤ ਕਣਕ ਨਾਲ ਭਰਿਆ ਹੋਊਗਾ। ਜੇ ਮੈਂ ਕਹਾਂ ਝੋਨੇ ਦੀ ਫਸਲ ਹੈ ਤਾਂ ਪੂਰਾ ਖੇਤ ਜਿਹੜਾ ਹੈਗਾ ਤੁਹਾਡੇ ਕੋਲ। ਸੋ ਇੱਕ ਥਾਂ ਤੇ ਵੱਡੇ ਪੱਧਰ ਤੇ ਲਾਉਣਾ, ਉਹਨੂੰ ਆਪਾਂ ਫਸਲ ਕਹਿੰਦੇ ਆ। ਸੋ ਜੇ ਕਿਤੇ ਫਸਲ ਵਾਲੀ ਆਪਸ਼ਨ ਆ ਜਾਵੇ ਤਾਂ ਤੁਸੀਂ ਕਹਿਣਾ ਇੱਕ ਥਾਂ ਤੇ ਵੱਡੇ ਪੱਧਰ। ਠੀਕ ਹੈ। ਹੁਣ ਫਸਲ ਕਿ ਤਾਪਮਾਨ ਤੇ ਡਿਪੈਂਡ ਕਰਦੀ ਹੈ, ਨਮੀ ਤੇ ਵਰਖਾ ਤੇ। ਕਿਸੇ ਇਲਾਕੇ 'ਚ ਤਾਪਮਾਨ ਕਿੱਦਾਂ ਦਾ, ਨਮੀ ਹੈ, ਵਰਖਾ ਹੈ, ਉਸ ਹਿਸਾਬ ਨਾਲ ਉੱਥੇ ਜਿਹੜੀ ਹੈਗੀ ਆ ਫਸਲ ਹੋ ਜਾਂਦੀ ਹੈਗੀ ਆ। ਹੁਣ ਜਿਹੜੀਆਂ ਦੋ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਮੁੱਖ ਰੂਪ ਵਿੱਚ ਪਾਈਆਂ ਜਾਂਦੀਆਂ, ਤਾਂ ਇਹਦੇ ਉੱਤੇ ਮੈਂ ਲਿਖ ਰਿਹਾ ਤੁਹਾਡੇ ਕੋਲ ਪੱਕਾ ਪ੍ਰਸ਼ਨ ਆਉਣਾ ਜੀ, ਪੱਕਾ। ਔਰ ਜੋ ਮੈਂ ਇੱਥੇ ਲਿਖ ਦਿੱਤਾ ਇਹਦੇ ਵਿੱਚੋਂ ਸ਼ੋਰਲੀ ਆਉਣਾ ਹੈਗਾ ਤੁਹਾਡੇ ਕੋਲ। ਥੋੜਾ ਜਿਹਾ ਟਾਈਮ ਦਿਓ। ਤੋ ਪਹਿਲੇ ਨੰਬਰ ਤੇ ਹੈਗਾ ਤੁਹਾਡੇ ਕੋਲ ਖਾਰੀਫ ਤੇ ਦੂਜੇ ਤੇ ਹੈਗਾ ਰੱਬੀ। ਯਾਦ ਕਰਨ ਦਾ ਸੌਖਾ ਤਰੀਕਾ, ਕੇ ਪਹਿਲਾਂ ਆਉਂਦਾ, ਰੱਬੀ ਆਰ ਆਉਂਦਾ। ABC ਦੇਖੋਗੇ ਤਾਂ ਕੇ ਪਹਿਲਾਂ ਆ ਜਾਂਦਾ ਤੇ ਆਰ ਬਾਅਦ ਚ ਆਉਂਦਾ। ਖਰੀਫ ਪਹਿਲਾਂ ਆਊਗਾ, ਰੱਬੀ ਬਾਅਦ ਚ ਆਊਗਾ। ਪਹਿਲਾਂ ਜੂਨ ਜੁਲਾਈ ਆਊਗੀ ਤੁਹਾਡੇ ਕੋਲ, ਫਿਰ ਜਾ ਕੇ ਸਤੰਬਰ ਅਕਤੂਬਰ ਆਊਗਾ। ਠੀਕ ਹੈ। ਇਹਦਾ ਮਤਲਬ ਖਰੀਫ ਦੀਆਂ ਫਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਜੂਨ ਤੋਂ ਸਤੰਬਰ ਤੱਕ ਹੁੰਦੀਆਂ ਨੇ। ਔਰ ਚਾਵਲ ਹੋ ਗਈ, ਮੱਕੀ ਹੋ ਗਈ, ਸੋਇਆਬੀਨ ਹੋ ਗਈ, ਮੂੰਗਫਲੀ ਹੋ ਗਈ, ਕਪਾਹ ਹੋ ਗਈ। ਠੀਕ ਹੈ। ਇਹ ਤੁਹਾਡੀਆਂ ਜਿਹੜੀਆਂ ਹੈਗੀਆਂ ਖਰੀਫ ਦੀਆਂ ਫਸਲਾਂ ਹੈਗੀਆਂ। ਸੋ ਦੋ ਫਸਲਾਂ ਦੇ ਤੁਹਾਨੂੰ ਨਾ ਪਤਾ ਹੋਣੇ ਚਾਹੀਦੇ ਮੇਨ ਜਿਹੜੇ ਚਾਵਲ, ਮੱਕੀ, ਸੋਇਆਬੀਨ। ਤੁਹਾਡਾ ਕੰਮ ਸਰਦਾ ਹੈਗਾ। ਕਿਹੜੀ ਰੁੱਤ ਵਿੱਚ ਹੁੰਦੀਆਂ ਨੇ? ਜੂਨ ਤੋਂ ਲੈ ਕੇ ਸਤੰਬਰ ਦੇ ਵਿੱਚ ਤੁਹਾਡੇ ਕੋਲ ਜਿਹੜੀਆਂ ਬੀਜੀਆਂ ਜਾਂਦੀਆਂ। ਤਾਂ ਖਿਆਲ ਰੱਖਣਾ ਖਾਰੀਫ ਪਹਿਲਾਂ ਆਉਂਦੀਆਂ ਨੇ, ਕਿ ਪਹਿਲਾਂ ਆਉਂਦਾ ਹੈਗਾ ਤੁਹਾਡੇ ਕੋਲ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਰੱਬੀ ਆ ਗਈ। ਰੱਬੀ ਅਕਤੂਬਰ ਤੋਂ ਮਾਰਚ ਵਿੱਚ ਹੁੰਦੀ ਹੈ। ਤੁਹਾਨੂੰ ਪਤਾ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਠੰਡ ਪੈਂਦੀ ਹੈ ਤਾਂ ਕਣਕ ਉਗਾਉਣੀ ਸ਼ੁਰੂ ਕਰਦੇ ਹਾਂ ਆਪਾਂ, ਛੋਲੇ, ਮਟਰ, ਅਲਸੀ। ਤਾਂ ਇਹ ਸਾਰੀਆਂ 4 ਮੇਨ ਫਸਲਾਂ ਉਹਦੀਆਂ। ਤਾਂ ਇਹਦੇ ਉੱਤੇ ਸ਼ਿਓਰਲੀ ਕੁਐਸਚਨ ਆਉਣਾ ਜੀ। ਚਾਹੇ ਤੁਹਾਨੂੰ ਪੁੱਛ ਲੈਣ ਵਿਚ ਆਫ ਦਾ ਫੋਲੋਇੰਗ ਇਜ਼ ਰੱਬੀ ਕ੍ਰੌਪ, ਇਹਨਾਂ ਵਿੱਚੋਂ ਕਿਹੜੀ ਰੱਬੀ ਕ੍ਰੌਪ ਹੈਗੀ ਆ ਤੁਹਾਡੇ ਕੋਲ। ਠੀਕ ਹੈ ਜੀ। 1-2 ਦਿਨ ਤੱਕ ਆਪਾਂ ਜਿਹੜਾ ਹੈਗਾ ਤੁਹਾਡੇ ਕੋਲ ਆਪਾਂ ਇਹਦਾ ਪਾਰਟ 1 ਕਰਨ ਲੱਗਿਆ ਜੀ। ਮੈਂ ਇਹ ਪਾਰਟ 2 ਪਾਰਟ 'ਚ ਬਣਾਵਾਂਗੇ ਮੈਮਰੀ ਮੈਪ ਵੀ। ਪਾਰਟ 1 ਠੀਕ ਹੈ। ਤਾਂ 1-2 ਦਿਨ 'ਚ ਤੁਹਾਨੂੰ ਮੈਂ ਬੋਰਡ ਦਾ ਸੈਂਪਲ ਪੇਪਰ ਸੋਲਵ ਕਰ ਦੂੰਗਾ। ਕੁਐਸਚਨ ਇਹ ਸੀ ਵੀ ਪੰਜਾਬੀ 'ਚ ਇਸ਼ੂ ਕਰ ਦਿੰਦੇ, ਪਰ ਉਹਨਾਂ ਨੇ ਇੰਗਲਿਸ਼ 'ਚ ਇਸ਼ੂ ਕੀਤਾ ਤੁਹਾਡੇ ਕੋਲ, ਪੰਜਾਬੀ 'ਚ ਹਜੇ ਜਿਹੜਾ ਹੈਗਾ ਇਸ਼ੂ ਨਹੀਂ ਕੀਤਾ। ਸੋ ਪੱਕਾ ਪ੍ਰਸ਼ਨ ਤੁਹਾਡਾ ਤਿਆਰ ਹੋ ਗਿਆ ਜੀ। ਅਗਲੇ ਮੈਮਰੀ ਮੈਪ ਤੇ ਚੱਲੀਏ। ਠੀਕ ਹੈ ਜੀ। ਖੇਤੀ ਦੀਆਂ ਪੱਧਤੀਆਂ। ਖੇਤੀ ਦੀਆਂ ਪੱਧਤੀਆਂ ਦਾ ਮਤਲਬ ਹੈ ਵੀ ਜਦੋਂ ਅਸੀਂ ਖੇਤੀ ਕਰਦੇ ਹਾਂ ਕਿਹੜੇ ਕਿਹੜੇ ਸਟੈਪ ਨੇ ਤੁਹਾਡੇ ਤੋਂ। 7 ਸਟੈਪ ਨੇ ਜੀ। 7 ਤੇ ਕੀ ਕੁਐਸਚਨ ਬਣਦਾ। ਸਭ ਤੋਂ ਪਹਿਲਾਂ ਭੂਮੀ ਦੀ ਤਿਆਰੀ ਹੁੰਦੀ ਹੈ। ਭੂਮੀ ਦੀ ਤਿਆਰੀ ਲਈ ਕੀ ਹੋਊਗਾ ਤੁਹਾਡੇ ਪਾਸ? ਉਹਦੇ ਵਿੱਚ ਜਾਂ ਤਾਂ ਹਲ ਯੂਜ਼ ਹੋਊਗਾ। ਭੂਮੀ ਦੀ ਤਿਆਰੀ ਲਈ 2 ਚੀਜ਼ਾਂ ਯੂਜ਼ ਕਰਨੀਆਂ ਤੁਸੀਂ, ਜਾਂ ਤਾਂ ਇੱਕ ਤਾਂ ਤੁਹਾਡਾ ਹਲ ਹੁੰਦਾ ਹੈ ਨਾ। ਠੀਕ ਹੈ। ਤਾਂ ਦੂਸਰਾ ਜਿਹੜਾ ਤੁਹਾਡਾ ਹੁੰਦਾ ਸੁਹਾਗਾ ਹੁੰਦਾ, ਸੁਹਾਗਾ ਲੈਵਲਰ। ਤਾਂ ਭੂਮੀ ਦੀ ਤਿਆਰੀ, ਭੂਮੀ ਨੂੰ ਉਲਟਾਉਣਾ, ਪੁਲਟਾਉਣਾ, ਪੋਲੀ ਕਰਨ ਨੂੰ, ਪ੍ਰਕਿਰਿਆ ਨੂੰ ਹਲ। ਜੋ ਉਲਟਾਓਗੇ, ਪੁਲਟਾਓਗੇ, ਪੋਲੀ ਕਰੋਗੇ ਉਹਨੂੰ ਹਲ ਹੁੰਦਾ।
ਜਿਹੜੇ ਮਿੱਟੀ ਦੇ ਵੱਡੇ ਵੱਡੇ ਢੇਲੇ ਰਹਿ ਜਾਂਦੇ ਉਹ ਸੁਹਾਗੇ ਨਾਲ ਤੋੜ ਲਏ ਜਾਂਦੇ ਨੇ। ਤਾਂ ਪਹਿਲਾ ਸਟੈਪ ਕੀ ਹੋ ਗਿਆ, ਭੂਮੀ ਦੀ ਤਿਆਰੀ ਹੋ ਗਈ। ਦੂਜਾ ਸਟੈਪ ਹੋ ਗਿਆ ਬੀਜ ਬੀਜਣਾ। ਠੀਕ ਹੈ, ਬੀਜ ਚੰਗੇ ਜਾਂ ਮਾੜੇ ਦੀ ਪਰਖ ਹੈ। ਪਾਣੀ 'ਚ ਡਬੋ ਦੋ, ਮਾੜੇ ਬੀਜ ਪਾਣੀ ਦੇ ਉੱਤੇ ਤੈਰਦੇ ਰਹਿੰਦੇ ਨੇ। ਠੀਕ ਹੈ ਜੀ। ਤੋ ਜਿਹੜਾ ਬੀਜ ਬੀਜਣ ਲਈ ਕੰਮ ਕਾਹਦੀ ਆਉਂਦੀ ਹੈ, ਬੀਜ ਡਰਿਲ ਆਉਂਦੀ ਹੈ ਜੀ। ਬੀਜ ਬੀਜਣ ਲਈ ਤੁਹਾਡੇ ਪਾਸ ਬੀਜ ਡਰਿਲ ਨਾਲ ਸਹੀ ਦੂਰੀ ਤੇ ਸਹੀ ਡੂੰਘਾਈ 'ਚ ਲੱਗ ਜਾਂਦੇ ਨੇ ਤੇ ਪੰਛੀ ਨਹੀਂ ਖਾਂਦੇ। ਜੇ ਉੱਤੇ ਉੱਤੇ ਬੀਜ ਰਹਿ ਜਾਣ ਪੰਛੀ ਚੁੱਕ ਕੇ ਲੈ ਜਾਂਦੇ ਸਾਰਿਆਂ ਨੂੰ। ਤੋ ਸਟੈਪ ਨੰਬਰ 1 ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ ਜੀ। ਭੂਮੀ ਦੀ ਤਿਆਰੀ, ਉਹਦੇ ਵਿੱਚ ਹਲ ਵਾਹੁਣਾ, ਉਲਟਾਣਾ ਪਲਟਾਉਣਾ, ਲੈਵਲਿੰਗ ਕਰਨੀ ਹੈ। ਦੂਜੇ ਨੰਬਰ ਤੇ ਬੀਜ ਬੀਜਤਾ, ਬੀਜ ਮਾੜੇ ਚੰਗੇ ਦੀ ਪਰਖ ਤੁਹਾਨੂੰ ਪਤਾ ਲੱਗ ਗਈ। ਤੀਜੇ ਨੰਬਰ ਤੇ ਆਪਾਂ ਖਾਦ ਪਾਉਂਦੇ ਹਾਂ, ਜਾਂ ਫਿਰ ਇੱਕ ਤਰੀਕਾ ਹੁੰਦਾ ਜੇ ਖਾਦ ਨਾ ਹੋਵੇ ਤਾਂ ਕਾਫੀ ਦੇਰ ਤੱਕ ਭੂਮੀ ਬਿਨਾਂ ਬੀਜੇ ਛੱਡ ਦੋ, ਉਹਨੂੰ ਅਸੀਂ ਫੈਲੋ ਲੈਂਡ ਕਹਿੰਦੇ ਹਾਂ, ਤਾਂ ਵੀ ਉਹ ਆਪਣੀ ਨਾਈਟ੍ਰੋਜਨ ਵਗੈਰਾ ਰੀਗੇਨ ਕਰ ਲੈਂਦੀ ਹੈ। ਸੋ ਫੈਲੋ ਲੈਂਡ ਦਾ ਮਤਲਬ ਹੈ ਭੂਮੀ ਜ਼ਿਆਦਾ ਦੇਰ ਤੱਕ 6 ਮਹੀਨੇ ਛੱਡ ਦਿੱਤੀ ਜਾਵੇ ਤਾਂ ਵੀ ਉਹ 'ਚ ਖਾਦ ਬਣ ਜਾਂਦੀ ਹੈ ਆਪੇ। ਰੂੜੀ ਦੀ ਖਾਦ ਤੇ ਰਸਾਇਣਿਕ ਖਾਦ ਜਿਹੜੀ ਹੁੰਦੀ ਹੈ, ਤੁਹਾਡੇ ਕੋਲ ਦੋ ਤਰ੍ਹਾਂ ਦੀ ਖਾਦ ਹੁੰਦੀ ਹੈ, ਆਪਾਂ ਪਾਉਂਦੇ ਹਾਂ। ਖਾਦਾਂ ਬਾਰੇ ਆਪਾਂ ਅਗਲੇ ਮੈਮਰੀ ਮੈਪ 'ਚ ਪੜਾਂਗੇ। ਉਸ ਤੋਂ ਬਾਅਦ ਆ ਗਿਆ ਤੁਹਾਡੇ ਪਾਸ ਸਿੰਚਾਈ ਮੈਨੇ ਪਾਣੀ ਦੇਣਾ ਹੁੰਦਾ, ਇਹਦੇ ਨਾਲ ਬੀਜ ਪੁੰਗਰਦੇ ਨੇ। ਠੀਕ ਹੈ, ਇੱਕ ਪੋਸ਼ਕ ਤੱਤ ਪਹੁੰਚਦੇ ਨੇ ਪੌਦੇ ਦੇ ਹਰ ਭਾਗ ਤੱਕ। ਉਹ ਤੇ ਤੀਸਰੀ ਆਪਸ਼ਨ ਹੈ ਜਿਹੜੀ, ਠੀਕ ਹੈ, ਫਸਲ ਨੂੰ ਗਰਮ ਠੰਡੀਆਂ ਹਵਾਵਾਂ ਤੋਂ ਵੀ ਸਿੰਚਾਈ ਬਚਾਉਂਦੀ ਹੈ। ਮਤਲਬ ਜੇ ਬਹੁਤ ਜ਼ਿਆਦਾ ਗਰਮੀ ਹੋਵੇ ਪਾਣੀ ਉਹਨੂੰ ਠੰਡਾ ਰੱਖੂਗਾ। ਠੀਕ ਹੈ ਜੀ। ਉਸ ਤੋਂ ਬਾਅਦ ਗੋਡੀ ਨਾਲ ਅਸੀਂ ਨਦੀਨਾਂ ਨੂੰ ਬਾਹਰ ਕੱਢਦੇ ਹਾਂ। ਨਦੀਨ ਕੀ ਹੁੰਦਾ, ਉਹ ਫਾਲਤੂ ਪੌਦੇ ਜਿਹੜੇ ਆ ਸਾਡੀ ਫਸਲ ਵਿੱਚ ਉੱਗ ਜਾਂਦੇ ਨੇ। ਠੀਕ ਹੈ, ਇਹਨਾਂ ਬਾਰੇ ਵੀ ਅੱਗੇ ਆਊਗਾ ਅਗਲੇ ਮੈਮਰੀ ਮੈਪ 'ਚ। ਸੋ ਬਿਲਕੁਲ ਈਜ਼ੀ ਹੋਇਆ ਜੀ। ਦੇਖੋ, ਭੂਮੀ ਦੀ ਤਿਆਰੀ, ਉਲਟਾਉਣਾ ਪਲਟਾਉਣਾ, ਹਲ ਤੇ ਲੈਵਲਰ, ਬੀਜ ਬੀਜਣਾ, ਬੀਜ ਡਰਿਲ, ਖਾਦ ਪਾਉਣਾ। ਦੋ ਤਰ੍ਹਾਂ ਦੀ ਖਾਦ ਹੁੰਦੀ, ਇੱਕ ਰੂੜੀ ਦੀ, ਰਸਾਇਣਿਕ ਦੀ। ਬੀਜ ਸਿੰਚਾਈ ਮੈਨੇ ਹੁੰਦਾ ਪਾਣੀ ਦੇਣਾ, ਅੱਗੇ ਬਣਾਉਂਦੇ ਆ ਫਿਰ ਡਿਟੇਲ 'ਚ। ਬੀਜਾਂ ਦੇ ਪੁੰਗਰਨ ਲਈ, ਪੋਸ਼ਕ ਤੱਤਾਂ ਨੂੰ ਹਰ ਭਾਗ ਤੱਕ ਪਹੁੰਚਾਉਣ ਲਈ ਗੋਡੀ ਹੁੰਦਾ, ਨਦੀਨ ਪੱਟਣਾ। ਠੀਕ ਹੈ ਜੀ। ਸੋ 5 ਸਟੈਪ ਹੋ ਗਏ ਜੀ। 6ਵੇਂ ਸਟੈਪ ਦੇ ਉੱਤੇ ਹੁੰਦਾ ਵਾਢੀ ਅਤੇ ਫਸਲ ਪੱਕਣ ਤੇ ਕੱਟਣਾ। ਫਸਲ ਪੱਕ ਗਈ ਤਾਂ ਕੱਟ ਲਈ, ਕੱਟ ਕੇ ਉਹਨੂੰ ਸਟੋਰ ਕਰਨਾ। ਭੰਡਾਰਨ ਕਰਨ ਲਈ ਉਹਦੇ ਜਿਹੜੀ 14% ਤੋਂ ਘੱਟ ਨਮੀ ਚਾਹੀਦੀ ਹੈ ਤੁਹਾਡੇ ਕੋਲ, ਅਦਰਵਾਈਜ਼ ਉਹ ਸਟੋਰ ਕਰਨ ਜੋਗਾ ਨਹੀਂ ਹੁੰਦਾ, ਉਹਨੂੰ ਕੀੜਾ ਲੱਗ ਸਕਦਾ ਹੈ। ਵੱਡੇ ਵੱਡੇ ਗੋਦਾਮ, ਉਹਨਾਂ ਨੂੰ ਸਿਲੋਜ਼ ਕਹਿੰਦੇ ਨੇ ਤੁਹਾਡੇ ਪਾਸ, ਜਿੱਥੇ ਆਪਾਂ ਇਹਨੂੰ ਸਟੋਰ ਕਰਦੇ ਹਾਂ। ਸੋ 7 ਸਟੈਪ ਸੀ ਜੀ। 7 ਸਟੈਪ ਆਪਾਂ ਨੇ ਫਟਾਫਟ ਦੇਖ ਲਏ। ਉਸ ਤੋਂ ਬਾਅਦ ਖੇਤੀਬਾੜੀ ਦੇ ਔਜ਼ਾਰ। ਠੀਕ ਹੈ, ਖੇਤੀਬਾੜੀ 'ਚ ਆਪਾਂ ਹਲ ਯੂਜ਼ ਕਰਦੇ ਹਾਂ, ਮਿੱਟੀ ਨੂੰ ਉਲਟਾਉਣ ਪਲਟਾਉਣ ਲਈ, ਪੋਲੀ ਕਰਨ ਲਈ। ਕਰੰਡੀ ਯੂਜ਼ ਕਰਦੇ ਹਾਂ, ਨਦੀਨ ਹਟਾਉਣ ਲਈ, ਮਿੱਟੀ ਨੂੰ ਪੋਲੀ ਕਰਨ ਲਈ। ਕਰਾ ਜਿਹੜਾ ਹੁੰਦਾ ਟਰੈਕਟਰ ਦੇ ਮਗਰ ਲਾ ਕੇ ਖੇਤ ਵਾਹੁਣ ਲਈ ਆਪਾਂ ਕਰਾ ਯੂਜ਼ ਕਰਦੇ ਹਾਂ। ਬੀਜ ਡਰਿਲ ਹੈ, ਬੀਜ ਡਰਿਲ ਨੂੰ ਆਪਾਂ ਜਿਹੜਾ ਹੈਗਾ ਤੁਹਾਡੇ ਪਾਸ ਬੀਜਾਂ ਨੂੰ ਬੀਜਣ ਲਈ, ਬੀਜ ਇਹਦੇ ਨਾਲ ਸਹੀ ਜਗ੍ਹਾ 'ਤੇ ਬੀਜੇ ਜਾਂਦੇ ਨੇ ਤੁਹਾਡੇ ਕੋਲ ਪਹਿਲੀ। ਠੀਕ ਹੈ, ਉਹ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਪੰਛੀ ਵਗੈਰਾ ਨਹੀਂ ਖਾਂਦੇ ਹੈਗੇ। ਸੋ ਇੰਨੇ ਕੁ ਦੇ ਵਿੱਚੋਂ ਤੁਹਾਨੂੰ 2-3 ਕੁਐਸਚਨ ਆਰਾਮ ਨਾਲ ਮਿਲ ਜਾਣੇ ਹੈਗੇ ਜੀ। ਠੀਕ ਹੈ ਜੀ, ਬਾਕੀ ਅਗਲੇ 'ਚ ਕਰਦੇ ਹਾਂ। ਅਗਰ ਤੁਸੀਂ ਜਿਹੜਾ ਹੈਗਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਜੀ। ਸੌਰੀ। ਠੀਕ ਹੈ ਜੀ, ਇੱਕ ਵਾਰ ਸਬਸਕ੍ਰਾਈਬ ਕਰ ਲਿਆ ਤਾਂ ਕੋਈ ਕਿਸੇ ਘਾਟੇ 'ਚ ਨਹੀਂ ਰਹੋਗੇ। ਤੁਹਾਡੇ ਪਾਸ ਕੁਆਲਿਟੀ ਐਜੂਕੇਸ਼ਨ ਬਿਲਕੁਲ ਤੁਹਾਨੂੰ ਜਿਹੜੀ ਹੈਗੀ ਹੈ ਫ੍ਰੀ ਮਿਲਣੀ ਹੈ। ਠੀਕ ਹੈ ਜੀ। ਨੈਕਸਟ ਪਾਰਟ ਦੇ ਵਿੱਚ ਆਪਾਂ ਖਾਦਾਂ ਤੇ ਜਿਹੜਾ ਹੈਗਾ ਉਹ ਸਿੰਚਾਈ ਬਾਰੇ ਡਿਸਕਸ ਕਰਾਂਗੇ। ਬਸ 2 ਦੇ ਵਿੱਚ ਆਪਣਾ 13 ਜਾਂ 14 ਮਿੰਟ 'ਚ ਲੈਸਨ ਕੰਪਲੀਟ ਕਰਨਾ। 8 ਮਿੰਟ ਮੈਂ ਤੁਹਾਡੇ ਲਾ ਲਏ, ਮੈਕਸਿਮਮ 8 ਮਿੰਟ ਤੁਸੀਂ ਹੋਰ ਦੇਖੋਗੇ। ਠੀਕ ਹੈ ਜੀ, ਥੈਂਕ ਯੂ ਜੀ। ਨੈਕਸਟ ਲੈਕਚਰ 'ਚ ਮਿਲਦੇ ਹਾਂ।